ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਵਈਆ ਨਹਿ ਦਾਨ ਦੀਏ ਦਿਜ ਮੰਡਲ ਕੋ, ਹਰ ਦਿਬ ਧੁਨੀ ਤਨ ਨਾਹੇ ਪਖਾਰੇ। ਨਹਿ ਮਾਤ ਸੋ ਤਾਤ ਕੀ ਸੇਵ ਕਰੀ, ਨਹਿ ਦੇਵਨ ਕੇ ਕੁਲ ਪੂਜ ਸਵਾਰੇ। ਨਹਿ ਦਾਨ ਦੀਏ ਦਿਜ ਮੰਡਲ ਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਸ਼੍ਰੀਮਾਨ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਨਿਰਮਲ ਸੰਤ, ਉਹਨਾਂ ਦੀ ਕ੍ਰਿਤ ਭਾਵ ਰਸਾਮ੍ਰਿਤ ਪੜ੍ਹ ਸੁਣ ਰਹੇ ਹਾਂ, ਅਤੇ ਜਿਸ ਵਿੱਚ ਉਹਨਾਂ ਨੇ ਬਹੁਤ ਸੋਹਣੇ ਢੰਗ ਨਾਲ ਪ੍ਰੇਮ ਰੂਪੀ ਬਚਨ ਲਿਖੇ ਅਤੇ ਕਹਿੰਦੇ ਹੈ ਕਿ ਹੇ ਪਰਮੇਸ਼ਰ, ਹੋਰ ਮੈਂ ਕੋਈ ਦਾ ਆਸਰਾ ਨਹੀਂ ਹੁਣ ਤੱਕਦਾ, ਤੇਰੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਇਆ। ਜਿਵੇਂ ਆਪ ਜੀ ਨੇ ਤ੍ਰੇਤੇ ਯੁੱਗ ਵਿੱਚ ਰਾਮ ਚੰਦਰ ਭਗਵਾਨ ਰੂਪ ਹੋ ਕੇ ਭੂਤ ਤਰ ਪੱਥਰ ਤਾਰੇ, ਇਸੇ ਤਰ੍ਹਾਂ ਮੈਨੂੰ ਵੀ ਤਾਰਨਾ ਕਰੋ, ਤੁਸੀਂ ਸਰਬ ਕਲਾ ਸਮਰੱਥ ਹੋ। ਇਹ ਜਿਹੜੇ ਬਚਨ ਹਨ, ਇਹਨਾਂ ਬਚਨਾਂ ਦੇ ਬਹੁਤ ਜਿਹੜੇ ਅਰਥ ਬਣਦੇ ਹੈ, ਵਿਸਥਾਰ ਵੀ ਕਾਫੀ ਹੋ ਜਾਂਦਾ, ਪਰ ਆਪਾਂ ਜਿਵੇਂ ਵਿਦਿਆਰਥੀ ਰੂਪ ਵਿੱਚ ਪੜ੍ਹੀਦਾ ਹੈ, ਉਸੇ ਢੰਗ ਨਾਲ ਹੀ ਪਦ ਅਰਥਾਂ ਸਮੇਤ ਜਿਹੜੇ ਆਪਾਂ ਵਿਚਾਰ ਕਰ ਰਹੇ ਹਾਂ। ਜਿਹੜੇ ਪਦ ਅਰਥ ਸੁਖਾਲੇ ਉਹ ਕਿਸੇ ਵੇਲੇ ਨਹੀਂ ਬੋਲੀਦੇ, ਜਿਹੜੇ ਕੋਈ ਕਠਿਨ ਹੈ ਉਹ ਆਪਾਂ ਵਿਚਾਰ ਰਹੇ ਹਾਂ। ਇਸੇ ਹੀ ਸਵਈਆਂ ਦੇ ਨਾਲ ਸੰਬੰਧਿਤ ਜਿਹੜੇ ਹੋਰ ਸਵਈਏ ਉਹਦੇ ਨਾਲ ਓਟ ਨਿਹਾਰਨ ਵਾਲੇ, ਦੇਖਣ ਵਾਲੇ, ਉਹ ਕਵੀ ਜੀ ਉਚਾਰ ਰਹੇ। 54 ਹੋ ਚੁੱਕੇ ਸੀ, ਅੱਜ 55ਵਾਂ ਸਵਈਆ ਪ੍ਰਾਰੰਭ ਹੋ ਰਿਹਾ ਹੈ। ਸਵਈਆ ਨਹਿ ਦਾਨ ਦੀਏ ਦਿਜ ਮੰਡਲ ਕੋ। ਹੇ ਪ੍ਰਭੂ, ਮੈਂ ਸੰਸਾਰ ਦੇ ਅੰਦਰ ਜਿਹੜੇ ਦੇਜ ਬ੍ਰਾਹਮਣ ਲੋਕ ਹੈ ਅਤੇ ਬ੍ਰਾਹਮਣ ਲੋਕਾਂ ਦੇ ਮੰਡਲੀ ਇਕੱਠ ਨੂੰ, ਸਮੂਹ ਨੂੰ ਨਹਿ ਦਾਨ ਦੀਏ, ਕਦੇ ਕੁਝ ਵੀ ਦਾਨ ਨਹੀਂ ਦੇਣਾ ਕੀਤਾ। ਦਿਜ ਮੰਡਲ ਕੋ, ਜਿਹੜੇ ਬ੍ਰਾਹਮਣ ਹੈ ਉਹ ਬ੍ਰਾਹਮਣਾਂ ਦੀ ਮੰਡਲੀ ਨੂੰ ਕਦੇ ਵੀ ਨਹਿ ਦਾਨ ਦੀਏ, ਕੁਝ ਵੀ ਦਾਨ ਨਹੀਂ ਦੀਏ ਕਹੀਏ ਦੇਣਾ ਕੀਤਾ। ਹਰ ਦਿਬ ਧੁਨੀ ਤਨ ਨਾਹੀ ਪਖਾਰੇ, ਅਤੇ ਜਿਹੜੀ ਦਿਬ ਧੁਨੀ ਹੈ, ਗੰਗਾ ਨਦੀ ਹੈ, ਉਹਦੇ ਵਿੱਚ ਜਾ ਕੇ ਵੀ ਦਿਬ ਧੁਨੀ, ਧੁਨੀ ਦਾ ਅਰਥ ਨਦੀ, ਧੁਨੀ ਦਾ ਅਰਥ ਇਸ਼ਨਾਨ ਵੀ ਕਰ ਲੈਣਾ, ਅਤੇ ਦਿਬ ਦਾ ਅਰਥ ਗੰਗਾ, ਗੰਗਾ ਨਦੀ ਦੇ ਵਿੱਚ ਜਾ ਕੇ ਤਨ ਜਿਹੜਾ ਸਰੀਰ ਹੈ ਉਹਨੂੰ ਪੁਖਾਰੇ, ਕਹੀਏ ਧੋਣਾ, ਨਾਹੀਂ ਕਹੀਏ ਨਹੀਂ ਕੀਤਾ, ਸਰੀਰ ਨੂੰ ਵੀ ਧੋਣਾ ਨਹੀਂ ਕੀਤਾ, ਭਾਵ ਗੰਗਾ ਆਦਿ ਪਵਿੱਤਰ ਤੀਰਥ ਅਸਥਾਨਾਂ 'ਤੇ ਜਾ ਕੇ ਇਸ਼ਨਾਨ ਵੀ ਨਹੀਂ ਕੀਤਾ। ਹਰ ਦਿਬ ਧੁਨੀ ਤਨ ਨਾਹੀ ਪਖਾਰੇ, ਗੰਗਾ ਨਦੀ 'ਤੇ ਜਾ ਕੇ ਵੀ ਅਥਵਾ ਪਵਿੱਤਰ ਤੀਰਥਾਂ 'ਤੇ ਜਾ ਕੇ ਵੀ ਤਨ ਸਰੀਰ ਨੂੰ ਪਖਾਰੇ, ਕਹੀਏ ਧੋਣਾ ਨਾਹੀਂ ਨਹੀਂ ਕੀਤਾ ਹੈ। ਨਹਿ ਮਾਤ ਸੋ ਤਾਤ ਕੀ ਸੇਵ ਕਰੀ। ਫਿਰ ਇੰਨਾ ਮੈਂ ਕਿਰਤਕਾਣ ਹਾਂ, ਜਿਸ ਮਾਂ ਪਿਓ ਨੇ ਪਰਮੇਸ਼ਰ ਦੀ ਰਜ਼ਾ ਨਾਲ ਮੈਨੂੰ ਜਨਮ ਦਿੱਤਾ, ਅਤੇ ਉਹਨਾਂ ਮਾਤਾ ਪਿਤਾ ਨੂੰ ਵੀ, ਹੇ ਪ੍ਰਭੂ, ਨਹਿ ਮਾਤ ਸੋ ਤਾਤ ਕੀ ਸੇਵ ਕਰੀ, ਨਾ ਹੀ ਮਾਤਾ ਦੀ, ਤਾਤ ਪਿਤਾ ਦੀ ਸੇਵ ਕਰੀ, ਸੇਵਾ ਕੀਤੀ ਹੈ, ਕੋਈ ਸੇਵਾ ਨਹੀਂ ਕੀਤੀ। ਨਹਿ ਦੇਵਨ ਕੇ ਕੁਲ ਪੂਜ ਸਵਾਰੇ, ਨਾ ਹੀ ਜਿਹੜੇ ਦੇਵਨ ਦੇਵਤੇ ਹੈ, ਦੇਵਤਿਆਂ ਦੇ ਕੁਲਾਂ ਨੂੰ
ਸਵਾਰੇ ਕਹੀਏ ਸਵਾਰ ਭਾਵ ਚੰਗੀ ਤਰ੍ਹਾਂ ਪੂਜਣਾ ਨਹੀਂ ਕੀਤਾ। ਦੇਵਨ ਕਹੀਏ ਜਿਹੜੇ ਸਾਧੂ ਲੋਕ, ਮਹਾਨ ਸੰਤ ਪੁਰਸ਼, ਸ਼ੁਭ ਗੁਣਾਂ ਵਾਲੇ, ਉਹਨਾਂ ਸ਼ੁਭ ਗੁਣਾਂ ਵਾਲੇ ਦੇਵਤੇ ਰੂਪੀ ਮਨੁੱਖਾਂ ਦੀ ਕੁਲਾਂ ਨੂੰ ਬਣਾ ਸਵਾਰ ਕੇ ਪੂਜਨਾ ਨਹਿ ਨਹੀਂ ਕੀਤਾ ਹੈ। ਲੜਕਾਪਨ ਮੈਂ ਤਰਨਾਪਨ ਮੈਂ, ਲੜਕਾਪਨ ਬਾਲਪੁਣੇ ਵਿੱਚ, ਤਰਨਾਪਨ ਜਵਾਨੀ ਵਿੱਚ, ਜਠਰਾਪਨ ਮੈਂ ਨਹਿਰਾਮ ਚਿਤਾਰੇ, ਅਤੇ ਜਠਰਾਪਨ ਬੁਢੇਪੇ ਦੇ ਵਿੱਚ ਵੀ ਕਦੇ ਵੀ ਰਾਮ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ। ਪਰ ਜਿਵੇਂ ਪਿੱਛੇ ਕਿਹਾ ਹੈ ਕਿ ਬਚਪਨ ਖੇਡਾਂ ਵਿੱਚ ਹੀ ਲੰਘ ਗਿਆ, ਜਵਾਨੀ ਵਿਸ਼ਿਆਂ 'ਚ ਲੰਘ ਗਈ, ਬੁਢੇਪਾ ਦੁੱਖਾਂ ਵਿੱਚ ਲੰਘ ਰਿਹਾ, ਕਦੇ ਵੀ ਰੱਬ ਨੂੰ ਚੇਤੇ ਨਹੀਂ ਕੀਤਾ। ਲੜਕਾਪਨ, ਤਰਨਾਪਨ ਬਚਪਨ ਵਿੱਚ, ਜਵਾਨੀ ਵਿੱਚ, ਬੁਢੇਪੇ ਵਿੱਚ, ਰਾਮ ਹੇ ਪਰਮੇਸ਼ਰ ਚਿਤਾਰੇ ਤੈਨੂੰ ਚੇਤੇ ਹੀ ਨਹੀਂ ਕੀਤਾ। ਅਬ ਔਰ ਨਾ ਓਟ ਨਿਹਾਰਤ ਹੂੰ, ਇਸ ਕਰਕੇ ਹੇ ਪ੍ਰਭੂ ਅਬ ਹੁਣ ਮੈਂ ਔਰ ਹੋਰਾਂ ਦੀ ਕੋਈ ਓਟ ਟੇਕ ਆਸਰੇ ਵੱਲ ਨਿਹਾਰਤ ਦੇਖਦਾ ਨਹੀਂ ਹਾਂ। ਸਰਨਾਗਤ ਹੋਂ ਜਲ ਭੂਤਰ ਤਾਰੇ, ਬਸ ਮੈਂ ਤੇਰੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਇਆ ਹਾਂ। ਤੇ ਜਲ ਭੂਤਰ ਤਾਰੇ, ਜਿਵੇਂ ਤੁਸਾਂ ਨੇ ਤ੍ਰੇਤੇ ਯੁੱਗ ਵਿੱਚ ਰਾਮਚੰਦਰ ਭਗਵਾਨ ਰੂਪ ਹੋ ਕੇ ਜਲ ਪਾਣੀ ਦੇ ਅੰਦਰ, ਪਾਣੀ ਦੇ ਉੱਪਰ ਭੂਤਰ ਪੱਥਰ ਤਾਰੇ ਹੈ, ਤਿਵੇਂ ਮੈਨੂੰ ਵੀ ਤੂੰ ਧਾਰਨਾ ਕਰ। ਸੋਈਆ ਨਹਿ ਸੇਵ ਕਰੀ ਸੇਵਕੀ ਹਮ ਹੂੰ, ਨਾ ਹੀ ਅਸੀਂ ਹੇ ਪਰਮੇਸ਼ਰ ਨਾ ਹੀ ਅਸੀਂ ਸ਼ਿਵ ਜੀ ਸੇਵਕੀ, ਜਿਹੜਾ ਸ਼ਿਵ ਜੀ ਹੈ ਉਹਦੇ ਉਪਾਸ਼ਕ ਬਣ ਕੇ ਤੇ ਸੇਵ ਟਹਿਲ ਹੀ ਕੀਤੀ ਹੈ, ਇਹ ਵੀ ਕੰਮ ਨਹੀਂ ਕੀਤਾ। ਜਾਂ ਸੇਵਕੀ ਪ੍ਰਕਰਣ ਮੁਤਾਬਕ ਦੇ ਸ਼ਿਵ ਜੀ ਦਾ ਹੀ ਇੱਥੇ ਅਰਥ ਹੈ। ਉਂਝ ਇਹਦਾ ਅਰਥ ਜੇ ਲਾਉਣਾ ਹੋਵੇ, ਸ਼ਿਵ ਪਰ ਹੈ ਪਰਮਾਤਮਾ ਜੋ ਕਲਿਆਣ ਸਰੂਪ ਦੀ ਹਮ ਹੂੰ, ਅਸੀਂ ਕੋਈ ਸੇਵ ਟਹਿਲ ਨਹੀਂ ਕੀਤੀ ਹੈ। ਅਰ ਨਾ ਹੀ ਗਜਾਨਨ ਆਸ ਹਮਾਰੇ, ਅਤੇ ਨਾ ਹੀ ਗਜਾਨਨ ਗਜ ਆਨਨ, ਕੰਨੇ ਵਿੱਚੋਂ ਐੜਾ ਨਿਕਲ ਆਉਣਾ ਤੇ ਆਨਨ ਹੋ ਜਾਣਾ। ਆਨਨ ਨਾਮ ਮੁੱਖ ਦਾ ਹੁੰਦਾ, ਗਜ ਨਾਮ ਹਾਥੀ ਦਾ ਹੁੰਦਾ। ਨਾ ਹੀ ਜੋ ਹਾਥੀ ਦੇ ਮੂੰਹ ਵਾਲੇ ਹੈ ਭਾਵ ਗਣੇਸ਼, ਉਹਨਾਂ ਦਾ ਉਪਾਸਕ ਪੂਜਣ ਵਾਲਾ ਬਣ ਕਰਕੇ ਤੇ ਆਸ ਹਮਾਰੇ, ਉਸ ਦੀ ਵੀ ਜਿਹੜੀ ਆਸ ਉਮੀਦ ਹੈ ਹਮਾਰੇ, ਉਹ ਵੀ ਆਪਣੇ ਮਨ ਵਿੱਚ ਧਾਰਨ ਨਹੀਂ ਕੀਤੀ। ਨਾ ਹੀ ਗਜਾਨਨ, ਨਾ ਹੀ ਹਾਥੀ ਦੇ ਮੂੰਹ ਵਾਲੇ ਗਣੇਸ਼ ਭਗਵਾਨ ਦੀ ਉਪਾਸਨਾ ਕਰਨ ਵਾਲੇ ਬਣ ਕੇ ਆਸ ਅਸੀਂ ਕੋਈ ਧਾਰਨ ਕੀਤੀ ਹੈ। ਨਹਿ ਪੁੰਨ ਕਰੇ ਭਵ ਮੰਡਲ ਮੈਂ, ਇਸ ਭਵ ਮੰਡਲ ਸੰਸਾਰ ਦੇ ਵਿੱਚ ਨਹਿ ਪੁੰਨ ਕਰੇ, ਪੁੰਨ ਕਰਮ ਵੀ ਕੋਈ ਨਹੀਂ ਕੀਤਾ। ਕਰੇ ਦਾ ਅਰਥ ਕੀਤਾ। ਔਰ ਪਾਪ ਕਰੇ ਜਗ ਮਾਹੀ ਕਰਾਰੇ, ਪਰ ਇੱਕ ਗੱਲ ਜ਼ਰੂਰ ਹੈ ਕਿ ਜਗ ਮਾਹੇ, ਇਸ ਸੰਸਾਰ ਦੇ ਵਿੱਚ ਰਹਿੰਦਿਆਂ ਪਾਪ ਜਿਹੜੇ ਹੈ, ਮੰਦ ਕਰਮ, ਮਾੜੇ ਕੰਮ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਕਰਾਰੇ ਕਰੜੇ ਤਗੜਿਆਂ ਹੋ ਕੇ ਕਰੇ ਕੀਤੇ, ਪਾਪਾਂ ਵੱਲੋਂ ਤਾਂ ਕੋਈ ਘਾਟ ਹੀ ਨਹੀਂ, ਪਾਪਾਂ ਵੱਲੋਂ ਤਾਂ ਮੈਂ ਬਹੁਤ ਤਗੜਾ ਹਾਂ। ਬੁਰੇ ਕਾਮ ਕੋ ਉਠ ਖਲੋਇਆ, ਨਾਮ ਕੇ ਵੇਲਾ ਪੈ ਸੋਇਆ, ਇਹ ਮੇਰੀ ਹਾਲਤ ਹੈ। ਉਂਝ ਗੱਲੀਂ ਅਸੀਂ ਚੰਗੀਆਂ, ਗੱਲਾਂ ਨਾਲ ਮੈਂ ਬੜਾ ਚੰਗਾ ਹਾਂ, ਪਾਪ ਕਰਨ ਵਿੱਚ ਸੰਸਾਰ ਵਿੱਚ ਕੋਈ ਕਸਰ ਨਹੀਂ ਛੱਡੀ, ਕਰਾਰੇ ਕਰੜੇ ਕੀਤੇ, ਪੁੰਨ ਕੋਈ ਕੀਤਾ ਨਹੀਂ ਹੈ। ਨਹਿ ਹੈ ਤਰਬੋ ਜੈ ਸੰਕ ਮਿਟੀ, ਮੇਰਾ ਤਰਨਾ ਨਹੀਂ ਹੋਵੇਗਾ। ਨਹਿ ਹੋਵੇ, ਇਹਦਾ ਅਰਥ ਨਹੀਂ ਹੈ, ਦਾ ਅਰਥ ਹੋਵੇਗਾ। ਤਰਬੋ ਦਾ ਤਰਨਾ, ਮੇਰਾ ਜਿਹੜਾ ਤਰਬੋ ਤਰਨਾ ਮੈਨੂੰ ਦਿਖ ਰਿਹਾ ਵੀ ਨਹੀਂ ਕਦੇ ਵੀ ਹੋਵੇਗਾ। ਯਹ ਸੰਕ ਮਿਟੀ, ਇਹ ਸੰਕਾ
ये शंका तो मिट गई है। मेरा तरना नहीं होवेगा, यह शंक मिटी। यह दा अर्थ यह शंक दा शंका ही, मिटी दा मिट गई। ये शंका ਤਾਂ मिट गई है कि मेरा तरना नहीं होगा। ये शंका मेरी मिट गई है। महाराज क्यों? क्योंकि मैं वेख्या हर नाथ बली जो अजामल तारे। क्योंकि हे सब दे मालक हर प्रभु परमेश्वर, तू बहुत ही ना बली है, बल वाला है। जो अजामल तारे ਤਾਂ ਹੀ ਤੇ ਜੋ ਜਿਹੜਾ ਅਜਾਮਲ ਸੀ ਪਾਪੀ, ਅਜਾਮਲ ਪਾਪੀ, ਤੇ ਉਹਨੂੰ ਇਹ ਸੰਸਾਰ ਸਮੁੰਦਰ ਦੇ ਵਿੱਚੋਂ ਸੌਖਾ ਹੀ ਤਾਰ ਦਿੱਤਾ ਸੀ। ਅਜਾਮਲ ਵਰਗੇ ਵੱਡੇ ਵੱਡੇ ਪਾਪੀ, ਗਨਕਾ ਵਰਗੇ, ਪੂਤਨਾ ਵਰਗੇ ਤੁਸਾਂ ਨੇ ਤਾਰੇ ਹੈ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਸੁਣ ਸਾਖੀ ਮਨ ਜਪ ਪਿਆਰ, ਅਜਾਮਲ ਉਧਰਿਆ ਕਹਿ ਇੱਕ ਵਾਰ। ਵਾਲਮੀਕਿ ਹੋਆ ਸਾਧ ਸੰਗ, ਧਰੂ ਕੋ ਮਿਲਿਓ ਹਰ ਨਿਸੰਗ। ਇਵੇਂ ਤੁਹਾਡੀ ਮਹਿਮਾ ਹੈ। ਬੇਸਵਾ ਰਵਤ ਅਜਾਮਲ ਉਧਰਿਓ, ਮੁਖ ਬੋਲੇ ਨਾਰਾਇਣ ਨਰ ਹਰੇ। ਹਰ ਨਾਥ ਬਲੀ ਹੈ ਪਰਮੇਸ਼ਰ, ਤੂੰ ਬਹੁਤ ਬਲੀ ਹੈ। ਜੋ ਅਜਾਮਲ ਸੀ ਪਾਪੀ, ਇਹੋ ਜਿਹੇ ਵੀ ਤੂੰ ਤਾਰੇ ਹੈ। ਫਿਰ ਮੈਂ ਕਿਉਂ ਨਹੀਂ ਤਰਾਂਗਾ? ਮੇਰੀ ਤੇ ਸ਼ੰਕਾ ਹੀ ਮਿਟ ਗਈ ਹੈ। ਅਬ ਔਰ ਨਾ ਓਟ ਨਿਹਾਰਤ ਹੋਂ, ਉਹੀ ਅਰਥ ਹੈ ਜਿਵੇਂ ਪਹਿਲਾਂ ਪਿੱਛੇ ਕੀਤਾ ਕਿ ਹੇ ਪ੍ਰਭੂ, ਇਸ ਲਈ ਹੁਣ ਮੈਂ ਕੋਈ ਹੋਰ ਕਿਸੇ ਦੀ ਕੋਈ ਓਟ ਆਸਰਾ ਨਿਹਾਰਤ ਨਹੀਂ ਦੇਖਦਾ ਹਾਂ। ਸ਼ਰਨਾਗਤ ਹੋਂ ਜਲ ਭੂਤਰ ਤਾਰੇ। ਬਸ ਤੇਰੀ ਸ਼ਰਨ ਆਗਤ ਪ੍ਰਾਪਤ ਹੋਇਆ ਕਿ ਜੋ ਜਲ ਵਿੱਚ ਤੁਸਾਂ ਨੇ ਭੂਤਰ ਪੱਥਰ ਤਾਰੇ ਸੀ, ਅਤੇ ਮੈਨੂੰ ਵੀ ਤੁਸੀਂ ਤਾਰ ਦੇਣਾ ਕਰੋ। ਇਹਦੇ ਵਿੱਚ ਕੋਈ ਸ਼ੰਕਾ ਨਹੀਂ, ਜ਼ਰੂਰ ਤਾਰਨਾ ਕਰੋਗੇ। ਦੋਹਰਾ ਰੇ ਮਨ ਪਾਲਣ ਸੀਲ ਕਉ। ਹੇ ਮੇਰੇ ਮਨ, ਭਾਵੇਂ ਕੁਝ ਹੀ ਹੋਵੇ, ਪਰ ਤੈਨੂੰ ਜਿਹੜਾ ਹੈ ਮਨ, ਜਿਹੜਾ ਸੀਲ ਸ਼ਾਂਤ ਸੁਭਾਅ ਹੈ, ਜਤ ਸਤ ਵਾਲਾ ਸੁਭਾਅ ਹੈ, ਅਤੇ ਕਉ ਕਹੀਏ ਨੂੰ, ਉਹ ਜਤ ਸਤ ਵਾਲੇ ਸੁਭਾਅ ਨੂੰ ਜ਼ਰੂਰ ਪਾਲਣਾ ਚਾਹੀਦਾ ਹੈ। ਆਪਦ ਅਨਾਪਦ ਮਾਹੇ, ਭਾਵੇਂ ਆਪਦ ਵਿਪਤਾ ਹੋਵੇ। ਅਨਾਪਦ ਸੁੱਖ ਦਾ ਸਮਾਂ, ਭਾਵ ਅਨਆਪਦ ਜਿੱਥੇ ਕੋਈ ਅਨ ਵਿਪਤਾ ਨਹੀਂ ਹੈ। ਅਤੇ ਸੁੱਖ ਦਾ ਸਮਾਂ ਹੋਵੇ, ਦੁੱਖ ਦਾ ਸਮਾਂ ਹੋਵੇ, ਅਤੇ ਦੋਨਾਂ ਸਮਿਆਂ ਵਿੱਚ ਹੀ ਰੇ ਮਨ, ਇਹ ਮਨ ਪਾਲਣਸ਼ੀਲ ਕਉ। ਸੀਲ ਸਤ ਸ਼ਾਂਤ ਸੁਭਾਅ ਅਥਵਾ ਜਤ ਸਤ ਸੁਭਾਅ ਨੂੰ ਪਾਲਣਾ ਚਾਹੀਦਾ, ਪਾਲਣਾ ਕਰ। ਸਦਾ ਕਰੋ ਸੁਖ ਕੋ ਲਹੋ। ਸਦਾ ਜੇਕਰ ਸਦਾ ਹਮੇਸ਼ਾ ਹੀ ਸੀਲ ਸੁਭਾਅ ਨੂੰ ਤੂੰ ਪਾਲਣਾ ਕਰੇਗਾ, ਕਰੋ ਦਾ ਅਰਥ ਕਰੇਗਾ, ਸੁੱਖ ਕੋ ਲਹੋ, ਤਾਂ ਤੂੰ ਸੁੱਖਾਂ ਨੂੰ ਲਹੋ ਕਹੀਏ ਪ੍ਰਾਪਤ ਕਰੇਗਾ। ਤਨ ਲਉ ਡਾਰੋ ਨਾਹੇ। ਇਹ ਸੀਲ ਸੁਭਾਅ ਨੂੰ, ਜਿਹੜਾ ਤਨ ਹੈ, ਸਰੀਰ, ਜਿਤਨੇ ਸਮੇਂ ਲਓ ਕਹੀਏ ਤੱਕ ਹੈ, ਡਾਰੋ ਨਾ, ਸੀਲ ਸੁਭਾਅ ਨੂੰ ਛੱਡਣਾ ਨਾ ਕਰੋ। ਇਹ ਸੀਲ ਸੁਭਾਅ ਨੂੰ ਜਿੰਨਾ ਚਿਰ ਸਰੀਰ ਹੈ ਨਾ, ਸਰੀਰ ਤੱਕ ਰਹਿੰਦਿਆਂ ਡਾਰੋ ਨਾਹੀਂ, ਛੱਡਣਾ ਨਾ ਕਰੋ। ਸਦਾ ਹੀ ਗ੍ਰਹਿਣ ਕਰਕੇ ਰੱਖੋ। ਜਤ ਸਤ ਵੀ ਸ਼ਾਂਤ ਸੁਭਾਅ। ਜੇਕਰ ਸਰੀਰ ਦੀ ਬਾਜੀ ਲਾਉਣੀ ਪਵੇ ਤਾਂ ਵੀ ਆਪਣਾ ਜਤ ਸਤ ਸੀਲ ਸੁਭਾਅ ਨੂੰ ਤਿਆਗਣਾ ਨਹੀਂ ਚਾਹੀਦਾ। ਇਹ ਕਵੀ ਜੀ ਦਾ ਕਹਿਣ ਦਾ ਪ੍ਰਯੋਜਨ ਪਰਿਆਏ ਹੈ। ਸਵਈਆ ਭਵ ਮੰਡਲ ਮਾਹੀ ਸੋ ਸੀਲ ਫਲੇ। ਸੀਲ ਸੁਭਾਅ ਦਾ ਗੁਣ ਦੱਸ ਕੇ ਹੁਣ ਦੱਸ ਰਹੇ ਹੈ। ਸੰਸਾਰ ਮੰਡਲ ਦੇ ਵਿੱਚ ਸੋ ਸੀਲ ਫਲੇ, ਉਹ ਜਿਹੜਾ ਸੀਲ ਚੰਗਾ ਸੁਭਾਅ, ਸ਼ਾਂਤ ਸੁਭਾਅ ਫਲੇ, ਉਹ ਫਲਦਾ ਹੈ। ਸੁਸ਼ੀਲ ਪਾਠ ਇਕੱਠਾ ਵੀ ਹੁੰਦਾ ਵੀ ਚੰਗਾ ਜੋ ਸ਼ਾਂਤ ਸੁਭਾਅ ਹੈ, ਸ਼ਾਂਤ ਸੁਭਾਅ ਫਲਦਾ ਹੈ। ਸੰਸਾਰ ਮੰਡਲ ਵਿੱਚ ਰਹਿੰਦਿਆਂ ਸੀਲ ਸੁਭਾਅ ਬਹੁਤ ਫਲਦਾ ਹੈ। ਸੋ ਪੁਨ ਸੀਲ ਪਰਲੋਕ ਵਿਖੇ ਫਲ ਜਾਏ। ਪੁਨ ਫਿਰ ਇਹ ਜਿਹੜਾ ਸੀਲ ਸੁਭਾਅ, ਚੰਗਾ ਸੁਭਾਅ, ਜਤ ਸਤ ਵਾਲਾ ਸੁਭਾਅ ਪਰਲੋਕ ਵਿਖੇ, ਪਰਲੋਕ ਦੇ ਵਿੱਚ ਵੀ ਫਲ ਜਾਏ, ਫਲ ਜਾ ਕੇ ਦਿੰਦਾ ਹੈ। ਫਲ ਜਾਏ ਦਾ ਅਰਥ ਜਾਏ ਜਾ ਕੇ,
ਫਲ ਜਾ ਕੇ ਦਿੰਦਾ ਹੈ। ਭਾਵ ਚੰਗੇ ਸੁਭਾਅ ਵਾਲੇ ਮਨੁੱਖ ਦੀ ਲੋਕ ਪਰਲੋਕ ਵਿੱਚ ਇੱਜ਼ਤ ਹੁੰਦੀ ਹੈ। ਜਗ ਸੀਲ ਕੋ ਪਾਲਣ ਉੱਤਮ ਹੈ। ਜਗ ਸੰਸਾਰ ਦੇ ਵਿੱਚ ਜਿਹੜਾ ਸੀਲ, ਚੰਗਾ ਸ਼ਾਂਤ ਸੁਭਾਅ, ਜਤ ਸਤ ਵਾਲਾ ਸੁਭਾਅ, ਦੋਵੇਂ ਅਰਥ ਗ੍ਰਹਿਣ ਕਰ ਲੈਣੇ। ਸ਼ਾਂਤ ਸੁਭਾਅ ਤੇ ਸੀਲ ਦਾ ਅਰਥ ਜਤ ਸਤ ਵਾਲਾ ਸੁਭਾਅ, ਇੱਕੇ ਵਾਰੀ ਨੂੰ ਗ੍ਰਹਿਣ ਕਰ ਲੈਣਾ ਹੈ, ਉਹੀ ਬਾਰ ਬਾਰ ਲਾਈ ਜਾਣਾ। ਸੰਸਾਰ ਦੇ ਵਿੱਚ ਜਿਹੜਾ ਸੀਲ ਸੁਭਾਅ ਹੈ, ਇਹਨੂੰ ਪਾਲਣਾ ਹੀ ਉੱਤਮ ਹੈ, ਸਭ ਤੋਂ ਸ੍ਰੇਸ਼ਟ ਹੈ। ਇਹਨੂੰ ਪਾਲ ਲੈਣਾ ਬੜਾ ਸ੍ਰੇਸ਼ਟਤਾ ਹੀ ਹੈ। ਤਨ ਆਬਦ ਤੇ ਨਹਿ ਸੀਲ ਗਵਾਏ। ਜੇਕਰ ਕਰਮ ਅਨੁਸਾਰ ਇਸ ਤਨ ਸਰੀਰ ਦੇ ਉੱਪਰ ਕੋਈ ਆਪਦ ਵਿਪਤਾ ਵੀ ਆ ਜਾਏ ਤੇ ਨਹਿ, ਫਿਰ ਵੀ ਉਹ ਜੋ ਸੀਲ ਸੁਭਾਅ ਹੈ ਉਸ ਨੂੰ ਨਹਿ ਗਵਾਏ, ਉਹਨੂੰ ਗਵਾਉਣਾ ਨਹੀਂ ਚਾਹੀਦਾ, ਉਹਨੂੰ ਛੱਡਣਾ ਨਹੀਂ ਚਾਹੀਦਾ। ਤਰ ਧਾਰ, ਕਿਉਂਕਿ ਕਿਸੇ ਵੇਲੇ ਵਿਪਤਾ ਆ ਜਾਏ ਤੇ ਲੋਕ ਆਪਣਾ ਜਤ ਸਤ ਵੀ ਛੱਡ ਬਹਿੰਦੇ ਤੇ ਜਿਹੜਾ ਸ਼ਾਂਤੀ ਸੁਭਾਅ ਵੀ ਛੱਡ ਬਹਿੰਦੇ, ਕਾਲੇ ਪੈ ਜਾਂਦੇ। ਤਾਂ ਕਰਕੇ ਕਵੀ ਜੀ ਇੱਥੇ ਕਹਿ ਰਹੇ ਆ, ਵਿਪਤਾ ਵੇਲੇ ਨਹੀਂ ਛੱਡਣਾ, ਵਿਕਾਰੀ ਹੁੰਦਿਆਂ ਜਤ ਸਤ ਵਾਲਾ ਸੁਭਾਅ ਨਹੀਂ ਛੱਡਣਾ ਹੈ। ਤਨ ਧਾਰ ਰਹੇ ਜਗ ਭੀਤਰ ਜੋ ਵੀ, ਭਾਵ ਜਿਹੜੇ ਵੀ ਪ੍ਰਾਣੀ ਜਗ ਭੀਤਰ ਇਸ ਸੰਸਾਰ ਦੇ ਵਿੱਚ ਤਨ ਧਾਰ ਰਹੇ। ਸਰੀਰ ਧਾਰ, ਤਨ ਦਾ ਅਰਥ ਸਰੀਰ, ਧਾਰ ਦਾ ਧਾਰਨ ਕਰਕੇ ਰਹੇ ਹਨ, ਸਰੀਰ ਕਰਕੇ ਰਹੇ, ਭਾਵ ਜਿਨ੍ਹਾਂ ਨੇ ਸੰਸਾਰ ਵਿੱਚ ਜਨਮ ਲਿਆ ਹੈ। ਹੇ ਮਨਾ ਸੁਣ, ਮਨ ਕੌਣ ਅਹੇ ਨਹਿ ਜੋ ਦੁਖ ਪਾਏ। ਹੇ ਮਨਾ ਦੱਸ, ਅਜਿਹਾ ਕੌਣ ਕਿਹੜਾ ਹੈ। ਅਹੇ ਦਾ ਅਰਥ ਹੈ, ਕਿਹੜਾ ਹੈ। ਨਹਿ ਜੋ ਦੁਖ ਪਾਏ, ਜਿਨੇ, ਜੋ ਦਾ ਅਰਥ ਜਿਸ ਨੇ, ਜਾਂ ਜੋ ਦਾ ਅਰਥ ਜਿਨੇ, ਜਿਸ ਨੇ ਕੋਈ ਦੁੱਖ ਪ੍ਰਾਪਤ ਨਹੀਂ ਕੀਤਾ, ਐਸਾ ਕੋਈ ਹੈ। ਹਰੇਕ ਪ੍ਰਾਣੀ ਨੇ ਕੋਈ ਨਾ ਕੋਈ ਦੁੱਖ ਜ਼ਰੂਰ ਪ੍ਰਾਪਤ ਕੀਤਾ। ਮਨ ਕੌਣ, ਜਗ ਭੀਤਰ ਜੋ ਵੀ ਜਗਤ ਵਿੱਚ ਸਰੀਰ ਧਾਰ ਕੇ ਆ ਕੇ ਰਹੇ ਹੈ, ਜਨਮ ਲਿਆ। ਮਨ ਕੌਣ ਹੈ, ਮਨ ਅਜਿਹਾ ਕੌਣ ਹੈ, ਅਜਿਹਾ ਕਿਹੜਾ ਹੈ ਜਿਹਨੇ ਦੁੱਖ ਨਹੀਂ ਪਾਇਆ। ਆਪ ਸਭ ਨੇ ਦੁੱਖ ਪਾਇਆ। ਇਹ ਸਰੀਰ ਤਾਂ ਬਣਿਆ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਸਰੀਰ ਤੇ ਤਾਂ ਹੀ ਮਿਲਿਆ ਦੁੱਖ ਸੁੱਖ ਕਰਕੇ। ਨ੍ਰਿਪ ਪਾਂਡਵ ਸੇ ਬਨ ਮਾਹੇ ਬਸੇ। ਹੁਣ ਸੁਣ, ਕਿਹਨੇ ਨੇ ਦੁੱਖ ਪਾਇਆ। ਵੀ ਪਾਂਡਵ, ਨ੍ਰਿਪ ਪਾਂਡਵ, ਜਿਹੜਾ ਪਾਂਡੂ ਨ੍ਰਿਪ ਰਾਜਾ ਸੀ ਤੇ ਉਹਦੇ ਪੁੱਤਰ ਸਨ ਯੁਧਿਸ਼ਠਰ, ਅਰਜਨ, ਭੀਮਸੈਨ, ਨਕੁਲ, ਸਹਿਦੇਵ। ਉਹ ਵੀ ਨ੍ਰਿਪ ਰਾਜ, ਪਾਂਡੂ ਰਾਜ ਦੇ 5 ਪਾਂਡਵ ਪੁੱਤਰ ਜੰਗਲ ਬਨ ਮਾਹੇ ਵਸੇ, ਜੰਗਲਾਂ ਦੇ ਵਿੱਚ ਜਾ ਕੇ ਵਸੇ ਸਨ। ਉਹਨਾਂ ਵੀ ਰਾਜ ਭਾਗ ਛੱਡ ਕੇ ਜੰਗਲਾਂ ਵਿੱਚ ਅਨੇਕਾਂ ਦੁੱਖ ਸਹਾਰਨੇ ਪਏ ਸੀ ਉਹਨਾਂ ਨੂੰ। ਜਿਨ ਕੇ ਹਰ ਹੋਵਤ ਨੀਤ ਸਹਾਏ। ਜਿਨ੍ਹਾਂ ਦੇ ਕੋਲ, ਜਿਨ੍ਹਾਂ ਦੇ ਕੋਲ ਹਰ, ਜੋ ਕ੍ਰਿਸ਼ਨ ਭਗਵਾਨ ਸੀ, ਸਮੇਂ ਦੇ ਅਵਤਾਰ, ਹੋਵਤ ਤੇ ਨੀਤ, ਨਿਤਾ ਪ੍ਰਤੀ ਸਹਾਇਕ ਹੋਵਤ ਹੁੰਦੇ ਸਨ। ਇਸ ਲਈ ਇਹ ਦੁੱਖ ਤਕਲੀਫਾਂ ਤੇ ਸੁੱਖ ਆਦਿ ਆਉਂਦੇ ਜਾਂਦੇ ਰਹਿੰਦੇ। ਇਹਨਾਂ ਦੁੱਖਾਂ ਸੁੱਖਾਂ ਵਿੱਚ ਲੱਗ ਕੇ ਆਪਣਾ ਸੀਲ ਸੁਭਾਅ ਤਿਆਗਣਾ ਨਹੀਂ ਚਾਹੀਦਾ, ਕਾਲੇ ਨਹੀਂ ਪੈਣਾ ਚਾਹੀਦਾ। ਵਿਕਾਰੀ ਬਿਰਤੀ ਦੇ ਨਾਲ ਹੋਣ ਕਰਕੇ ਜਤ ਸਤ ਨਹੀਂ ਗਵਾਉਣਾ ਚਾਹੀਦਾ। ਉਤੇ ਰੋਵੈ ਪਾਂਡਵ ਭਏ ਮਜੂਰ, ਜਿਨ ਕੇ ਸੁਆਮੀ ਰਹਿਤ ਹਦੂਰ। ਸੁਆਮੀ ਕ੍ਰਿਸ਼ਨ ਭਗਵਾਨ ਕੋਲ ਹੀ ਰਹਿੰਦੇ, ਫਿਰ ਵੀ ਵੇਖੋ ਕਿੰਨਾ ਉਹਨਾਂ ਨੇ ਬਿਪਤਾ ਝੱਲੀ ਸੀ। ਸਮੇਂ ਦਾ ਗੇੜ ਹੈ, ਦੁੱਖ ਸੁੱਖ ਤੇ ਸਰੀਰ ਨਾਲ ਹੀ ਹੈ ਤੇ ਕਾਹਨੂੰ ਆਪਣਾ ਸੀਲ ਸੁਭਾਅ ਗਵਾਉਣਾ। ਕਵੀ ਜੀ ਇੱਥੇ ਕਹਿ ਰਹੇ ਹਨ, ਸਵਈਆ ਜਿਹ ਨਾਮ ਉਚਾਰਤ ਦੁਖ ਮਿਟੇ। ਹੋਰ ਵੀ ਸੋਹਣਾ, ਜਿਸ, ਜੇ ਦਾ ਅਰਥ ਜਿਸ ਦਾ ਨਾਮ ਉਚਾਰਤ ਦੁੱਖ ਮਿਟੇ, ਉਚਾਰਨ ਕਰਦਿਆਂ ਹੀ ਦੁੱਖ ਮਿਟੇ, ਸਾਰੇ ਦੁੱਖ
ਮਿਟੇ ਕਈਏ ਮਿਟ ਜਾਂਦੇ ਹੈ। ਵਹਿ ਰਾਮ ਗਏ ਪਦ ਸੋ ਬਨ ਮਾਹੀ। ਉਸ ਪ੍ਰਭੂ ਦਾ ਰੂਪ ਸ਼੍ਰੀ ਰਾਮ ਚੰਦਰ ਭਗਵਾਨ ਪਦ ਸੋ ਪੈਰ ਸੋ ਨਾਲ ਪੈਰਾਂ ਨਾਲ ਆਪਣੇ ਚਰਨਾਂ ਨਾਲ ਤੁਰ ਕੇ ਚੱਲ ਕੇ ਬਨ ਮਾਹੀ ਜੰਗਲ ਵਿੱਚ ਗਏ ਸਨ। ਪਿਤਾ ਦੀ ਆਗਿਆ ਮੰਨੀ ਸੀ। ਰਾਮ ਚੰਦਰ ਭਗਵਾਨ ਨੇ 14 ਸਾਲ ਲਈ ਬਨਵਾਸ ਵਿੱਚ ਗਏ ਸੀ। ਵਹਿ ਰਾਮ ਗਏ ਕਹਿੰਦੇ ਵੀ ਜਿਸ ਸ਼੍ਰੀ ਰਾਮ ਚੰਦਰ ਜਿਸ ਦਾ ਨਾਮ ਉਚਾਰਦਿਆਂ ਸਾਰੇ ਦੁੱਖ ਮਿਟ ਜਾਂਦੇ ਹੈ, ਵਹਿ ਉਹ ਰਾਮ ਚੰਦਰ ਭਗਵਾਨ ਵੀ ਆਪਣੇ ਪੈਰਾਂ ਚਰਨਾਂ ਨਾਲ ਚੱਲ ਕੇ ਜੰਗਲ ਵਿੱਚ ਗਏ ਹੈ ਅਤੇ ਤਰ੍ਹਾਂ ਤਰ੍ਹਾਂ ਦੇ ਦੁੱਖ ਕਲੇਸ਼ ਸਰੀਰ ਕਰਕੇ ਚੱਲੇ ਹਨ। ਮਥੁਰਾ ਤਜ ਕਾਨ ਬਨੀ ਅਪਦਾ। ਮਥੁਰਾ ਜਰਾਸੰਧ ਦੇ ਮਿੱਤਰ ਕਾਲ ਯਵਨ ਨਾਲ ਜੰਗ ਕਰਨਾ ਪਿਆ ਸੀ। ਉਹ ਜੰਗ ਦੇ ਕਾਰਨ ਜਿਸ ਸਮੇਂ ਕਾਨ ਸ਼੍ਰੀ ਕ੍ਰਿਸ਼ਨ ਭਗਵਾਨ ਉੱਪਰ ਕਾਨ ਕਹੀਏ ਕ੍ਰਿਸ਼ਨ ਭਗਵਾਨ ਜੀ ਉਹਨਾਂ ਉੱਪਰ ਅਪਦਾ ਬਿਪਤਾ ਬਣ ਗਈ ਸੀ ਤੇ ਮਥੁਰਾ ਤਜ ਤਦੋਂ ਕ੍ਰਿਸ਼ਨ ਜੀ ਨੂੰ ਮਥੁਰਾ ਨੂੰ ਛੱਡ ਕੇ ਮੁਚਕੰਦ ਹਰੀ ਤਿਨ ਕੀ ਗਿਰ ਮਾਹੀ। ਮੁਚਕੰਦ ਰਿਖੀ ਜਿਹੜਾ ਜਿਸ ਪਹਾੜ ਦੀ ਗੁਫਾ ਵਿੱਚ ਸੁੱਤਾ ਪਿਆ ਸੀ, ਤਿਨ ਕੀ ਮੁਚਕੰਦ ਹਰੀ ਜੋ ਮੁਚਕੰਦ ਰਿਸ਼ੀ ਸੀ ਨਾ, ਤਿਨ ਕੀ ਗਿਰ ਮਾਹੀ ਉਹਦੀ ਗਿਰ ਜਿਸ ਪਹਾੜ 'ਚ ਮੁਚਕੰਦ ਰਿਸ਼ੀ ਰਹਿੰਦਾ ਸੀ ਉਸ ਪਹਾੜ ਦੀ ਗੁਫਾ ਵਿੱਚ ਚਲੇ ਗਏ ਸਨ। ਉੱਥੇ ਮੁਚਕੰਦ ਰਿਸ਼ੀ ਨੇ ਕ੍ਰਿਸ਼ਨ ਭਗਵਾਨ ਦੀ ਬਣੀ ਅਪਦਾ ਬਿਪਤਾ ਨਾਸ਼ ਕੀਤੀ ਸੀ। ਅਰਥ ਵਾਸਤੇ ਮਥੁਰਾ ਤਜ ਕਾਨ ਬਣੀ ਅਪਦਾ। ਜਰਾਸੰਧ ਦਾ ਮਿੱਤਰ ਜੋ ਕਾਲ ਯਮਨ ਜਦੋਂ ਉਹਨਾਂ ਜੰਗ ਯੁੱਧ ਹੋਇਆ ਤੇ ਮਥੁਰਾ ਨੂੰ ਛੱਡ ਕੇ ਕਾਨ ਕ੍ਰਿਸ਼ਨ ਭਗਵਾਨ ਚਲੇ ਗਏ ਤੇ ਬਣੀ ਅਪਦਾ ਉਹਨਾਂ ਨੂੰ ਬਿਪਤਾ ਬਣੀ ਸੀ ਕਿਉਂਕਿ ਕਾਲ ਯਮਨ ਜਰਾਸੰਧ ਦੋਵੇਂ ਬਹੁਤ ਬੜੀ ਸਨ। ਮੁਚਕੰਦ ਹਰੀ ਜੋ ਮੁਚਕੰਦ ਹਰੀ ਦਾ ਅਰਥ ਰਿਖੀ ਜਿਸ ਗੁਫਾ ਵਿੱਚ ਰਹਿੰਦਾ ਸੀ, ਤਿੰਨ ਕੀ ਗੇਰ ਮਾਹੀ ਉਹਦੀ ਗੁਫਾ ਦੇ ਉਸ ਦੀ ਗੇਰ ਕਹੀਏ ਗੁਫਾ ਜਾਂ ਗੇਰ ਕਹੀਏ ਪਹਾੜ ਦੀ ਗੁਫਾ ਵਿੱਚ ਚਲੇ ਗਏ ਸਨ। ਜਾਂ ਮੁਚਕੰਦ ਜੋ ਰਿਸ਼ੀ ਸੀ ਤਿੰਨ ਕੀ ਗੇਰ ਮਾਹੀ ਅਰਥ ਵਾਸਤੇ ਉਹਨਾਂ ਦੀ ਜਿਹੜੀ ਗੁਫਾ ਦੇ ਵਿੱਚ ਹਰੀ ਕ੍ਰਿਸ਼ਨ ਭਗਵਾਨ ਜੀ ਚਲੇ ਗਏ ਸਨ ਤੇ ਕਾਨ ਬਣੀ ਅਪਦਾ ਅਰਥ ਵਾਸਤੇ ਜੋ ਕ੍ਰਿਸ਼ਨ ਭਗਵਾਨ ਉਹਨਾਂ ਨੂੰ ਬਿਪਤਾ ਬਣੀ ਸੀ ਉਹ ਬਣੀ ਹੋਈ ਅਪਦਾ ਬਿਪਤਾ ਨੂੰ ਨਾਸ਼ ਕੀਤਾ ਸੀ। ਇਵੇਂ ਵੀ ਮੁਚਕੰਦ ਹਰੀ ਤਿਨ ਕੀ ਗਿਰ ਮਾਹੀ ਉਹਨਾਂ ਦੀ ਗੇਰ ਗੁਫਾ ਦੇ ਵਿੱਚ ਮੁਚਕੰਦ ਰਿਸ਼ੀ ਦੀ ਗੁਫਾ ਵਿੱਚ ਭਗਵਾਨ ਚਲੇ ਗਏ ਸਨ ਤੇ ਉਹਨਾਂ ਦੀ ਬਿਪਤਾ ਹਰੀ ਨਾਸ਼ ਕੀਤੀ ਸੀ। ਇਹ ਪੁਰਾਣਾਂ ਦੇ ਵਿੱਚ ਕਥਾ ਹੁੰਦੀ ਇੱਕ ਵਾਰ ਦੇਵਤਿਆਂ ਦੀ ਮਦਦ ਲਈ ਮੁਚਕੰਦ ਦੇਵਤਿਆਂ ਦੇ ਨਾਲ ਮਿਲ ਕੇ ਰਾਖਸ਼ਾਂ ਨਾਲ ਲੜਿਆ ਸੀ। ਦੇਵਤਿਆਂ ਦੀ ਜਿੱਤ ਕਰਾਈ ਤੇ ਦੇਵਤਿਆਂ ਤੋਂ ਫਿਰ ਇਹਨੇ ਵਾਰ ਲਿਆ ਕਿ ਮੈਂ ਦੇਰ ਤੱਕ ਸੁੱਤਾ ਰਹਾਂ, ਜੋ ਮੈਨੂੰ ਜਗਾਏ ਉਹ ਮੇਰੇ ਸਰੀਰ ਤੋਂ ਉਪਜੀ ਅਗਨੀ ਨਾਲ ਭਸਮ ਹੋ ਜਾਵੇ, ਪਰ ਜਿਹਦੇ ਵੱਲ ਤੱਕਾਂ। ਉੱਧਰ ਜਰਾਸੰਧ ਨੇ ਕ੍ਰਿਸ਼ਨ ਜੀ ਦੇ ਨਾਲ ਜੰਗ ਕਰਨ ਲਈ ਆਪਣੇ ਮਿੱਤਰ ਕਾਲ ਯਵਨ ਨੂੰ ਕਾਬਲ ਤੋਂ ਬੁਲਾਇਆ। ਉਹ ਫੌਜ ਲੈ ਕੇ ਕ੍ਰਿਸ਼ਨ ਜੀ ਨਾਲ ਬੜਾ ਲੜਿਆ। ਉਸਨੇ ਕ੍ਰਿਸ਼ਨ ਭਗਵਾਨ ਜੀ ਨੂੰ ਜੰਗ ਵਿੱਚੋਂ ਭਜਾ ਦਿੱਤਾ। ਤਦ ਕ੍ਰਿਸ਼ਨ ਭਗਵਾਨ ਜੀ ਭੱਜਦੇ ਹੋਏ ਉਸ ਨੂੰ ਆਪਣੇ ਪਿੱਛੇ ਲਾ ਕੇ ਉੱਥੇ ਲੈ ਗਏ ਜਿੱਥੇ ਮੁਚਕੰਦ ਰਿਸ਼ੀ ਸੁੱਤਾ ਪਿਆ ਸੀ। ਅਸਲ ਵਿੱਚ ਕ੍ਰਿਸ਼ਨ ਭਗਵਾਨ ਦੀ ਇਹ ਨੀਤੀ ਸੀ ਵੀ ਇਹ ਦੁਸ਼ਟ ਕਾਲ ਯਮਨ ਨੂੰ ਅਸੀਂ ਆਪਣਾ ਹੱਥ ਨਹੀਂ ਲਾਉਣਾ, ਕਿਉਂਕਿ ਅਸੀਂ ਇਹਦਾ ਕਰਾਂਗੇ ਤਾਂ ਉਧਾਰ ਹੋ ਜਾਊਗਾ। ਜੇ ਇਹਦਾ ਵੱਧ ਕੀਤਾ ਇਹਦਾ ਨਾ ਉਧਾਰ ਹੀ ਕਰਨਾ ਨਾ ਨਿਛਾਉਣਾ ਹੀ, ਇਹਦੇ ਨਾਲ ਜੰਗ ਹੀ ਨਹੀਂ ਕਰਨਾ। ਤਾਂ ਕ੍ਰਿਸ਼ਨ ਭਗਵਾਨ ਜੀ ਭੱਜਦੇ ਹੋਏ ਇਹਨੂੰ ਪਿੱਛੇ ਲਾ ਕੇ ਉੱਥੇ ਲੈ ਗਏ ਜਿੱਥੇ ਮੁਚਕੰਦ ਰਿਸ਼ੀ ਸੁੱਤਾ ਪਿਆ ਸੀ।
ਕ੍ਰਿਸ਼ਨ ਜੀ ਨੇ ਆਪਣਾ ਵਸਤਰ ਮੁਚਕੰਦ ਦੇ ਉੱਪਰ ਪਾ ਦਿੱਤਾ। ਕਈ ਥਾਵਾਂ 'ਤੇ ਪੁਰਾਣਾਂ 'ਚ ਲਿਖਿਆ ਵੀ ਲੱਤ ਮਾਰ ਦਿੱਤੀ ਆ ਪਿਛੇ ਲੋਗੇ। ਕਈ ਥਾਵਾਂ 'ਤੇ ਵੀ ਉਹਨਾਂ ਪੀਤੰਬਰ ਵਸਤਰ ਆਪਣਾ ਪਾ ਦਿੱਤਾ ਅਤੇ ਆਪ ਓਹਲੇ ਹੋ ਗਏ। ਉੱਧਰੋਂ ਜਦੋਂ ਕਾਲ ਯਮਨ ਆਇਆ ਤਾਂ ਉਸਨੇ ਕ੍ਰਿਸ਼ਨ ਸਮਝ ਕੇ ਲੱਤ ਮਾਰ ਦਿੱਤੀ ਬੜੀ ਜ਼ੋਰ ਦੀ। ਕਿਹਾ ਕਿ ਪਹਿਲਾਂ ਅੱਗੇ ਲੱਗ ਕੇ ਭੱਜ ਆਇਆ, ਹੁਣ ਇੱਥੇ ਬੜੇ ਆਰਾਮ ਨਾਲ ਸੁੱਤਾ ਪਿਆ। ਇਹ ਤਾਂ ਆਪਣੀ ਸੋਚ ਵਿੱਚ ਪਿਆ ਬੋਲੀ ਜਾਂਦਾ। ਉੱਧਰ ਜਦੋਂ ਮੁਚਕੰਦ ਰਿਸ਼ੀ ਉੱਠਿਆ ਤਾਂ ਉਸਦੇ ਸਰੀਰ ਦੇ ਵਿੱਚੋਂ ਅਗਨੀ ਪੈਦਾ ਹੋਈ, ਅਥਵਾ ਨੇਤਰਾਂ ਤੋਂ। ਇਹਨੇ ਨੇਤਰਾਂ ਤੋਂ ਲਿਆ ਸੀ ਬਾਲ ਵੀ ਨੇਤਰਾਂ 'ਚੋਂ ਅੱਗ ਨਿਕਲੇ ਮੇਰੇ ਤੇ ਭਸਮ ਕਰ ਦੇਣ। ਉਹ ਨੇਤਰਾਂ ਤੋਂ ਐਸੀ ਅੱਗ ਪੈਦਾ ਹੋਈ, ਕਾਲ ਯਮਨ ਉੱਥੇ ਭਸਮ ਹੋ ਗਿਆ। ਕ੍ਰਿਸ਼ਨਾ ਅਵਤਾਰ 'ਚ ਵੀ ਕਥਾ ਹੁੰਦੀ, ਆਪ ਕੋ ਬਚਵਾਏ ਗਇਓ ਕਨ ਮੁਚਕੰਦ ਤੇ, ਤਜੀ ਨੀਂਦ ਤਹਿਰਾਏ ਹੇਰਤ ਭਸਮ ਮਲੇਸ਼ ਭੇ। ਆਪ ਕੋ ਬਚਵਾਇਆ, ਆਪਣਿਆਂ ਨੂੰ ਬਚਾ ਕੇ, ਗਇਓ ਕਾਨ ਮੁਚਕੰਦ ਤੇ, ਮੁਚਕੰਦ ਤੇ ਕੋਲ ਕਾਲ ਕ੍ਰਿਸ਼ਨ ਭਗਵਾਨ ਚਲੇ ਗਏ। ਤਜੀ ਨੀਂਦ ਤਹਿਰਾਏ, ਤੇ ਉਸਨੇ ਨੀਂਦ ਛੱਡੀ। ਤਹਿਰਾਏ ਹੇਰਤ, ਕਾਲ ਯਮਨ ਰਾਜੇ ਨੂੰ ਵੇਖ ਕੇ ਵੇਖਿਆ, ਭਸਮ ਮਲੇਸ਼ ਭੇ, ਮਲੇਸ਼ ਭਸਮ ਭੇ ਕਹੀਏ ਹੋਇਆ। ਬਲਬੀਰ ਪਿਤਾ ਰਘਬੀਰ ਪਿਤਾ, ਬਲਬੀਰ ਕਹੀਏ ਬਲਭੱਦਰ, ਜਾਂ ਵੀਰ ਦਾ ਅਰਥ ਹੁੰਦਾ ਭਰਾ। ਬਲ ਦਾ ਅਰਥ ਬਲਭੱਦਰ, ਬਲਭੱਦਰ ਦੇ ਵੀਰ ਜੋ ਭਰਾ ਉਹ ਕੌਣ? ਕ੍ਰਿਸ਼ਨ ਜੀ। ਤੇ ਕ੍ਰਿਸ਼ਨ ਜੀ ਦੇ ਪਿਤਾ ਕੌਣ ਹੈ? ਵਾਸੂਦੇਵ ਜੀ। ਬਲਬੀਰ ਪਿਤਾ, ਬਲਬੀਰ ਕਹੀਏ ਬਲਭੱਦਰ, ਬਲਭੱਦਰ ਦੇ ਪਿਤਾ ਕੌਣ? ਕ੍ਰਿਸ਼ਨ ਜੀ ਅਥਵਾ ਕ੍ਰਿਸ਼ਨ ਭਗਵਾਨ ਜੀ। ਬਲਬੀਰ ਦੇ ਪਿਤਾ ਕੌਣ? ਵਾਸੂਦੇਵ। ਤੇ ਬਲਬੀਰ ਦੇ ਭਰਾ ਕੌਣ? ਕ੍ਰਿਸ਼ਨ ਜੀ ਅਥਵਾ ਕ੍ਰਿਸ਼ਨ ਜੀ ਦੇ ਪਿਤਾ ਵਾਸੂਦੇਵ। ਰਘਬੀਰ ਪਿਤਾ, ਜੋ ਰਘਬੀਰ, ਰਘੂਆਂ ਦੀ ਕੁਲ ਦੇ ਵੀਰ ਕਹੀਏ ਸੂਰਬੀਰ ਬਹਾਦਰ ਹਨ। ਸ਼੍ਰੀ ਰਾਮ ਚੰਦਰ ਭਗਵਾਨ ਜੀ। ਤੇ ਸ਼੍ਰੀ ਰਾਮ ਚੰਦਰ ਰਘਬੀਰ ਹੈ। ਰਘਬੀਰ ਦਾ ਅਰਥ ਸਿੱਧਾ ਸ਼੍ਰੀ ਰਾਮ ਚੰਦਰ ਭਗਵਾਨ, ਤੇ ਪਦ ਅਰਥ ਕਰਕੇ ਵੀ ਰਾਘੂਆਂ ਦੀ ਕੁਲ ਦੇ ਜੋ ਸੂਰਬੀਰ ਬਹਾਦਰ ਉਹ ਕੌਣ? ਰਾਮ ਚੰਦਰ ਭਗਵਾਨ। ਉਹਨਾਂ ਦੇ ਪਿਤਾ ਦਸ਼ਰਥ ਜੀ ਹਨ। ਦੁੱਖ ਲੋਗ ਸਮਾਨ ਲਹੇ ਭਵ ਮਾਈ। ਵੇਖੋ ਕਹਿੰਦੇ ਇਹਨਾਂ ਨੇ ਵੀ ਦੁੱਖ ਲੋਕ ਸਮਾਨ, ਲੋਕਾਂ ਸਮਾਨ ਜਿਹੜੇ ਆਮ ਲੋਕ ਹੈ ਉਹ ਲੋਕਾਂ ਦੇ ਬਰਾਬਰ ਵਾਂਗ ਹੀ ਜਿਹੜੇ ਲਹੇ ਭਵ ਮਾਹੀ, ਇਸ ਸੰਸਾਰ ਦੇ ਵਿੱਚ ਦੁੱਖ ਲਹੇ, ਦੁੱਖ ਪ੍ਰਾਪਤ ਕੀਤੇ ਹਨ। ਸਮੇਂ ਦੇ ਅਵਤਾਰਾਂ ਦੇ ਪਿਤਾ ਹੋਏ ਹੈ ਤੇ ਆਮ ਲੋਕਾਂ ਸਮਾਨ ਉਹਨਾਂ ਨੇ ਦੁੱਖ ਸੰਸਾਰ ਵਿੱਚ ਲਏ। ਵਾਸੂਦੇਵ ਭਗਵਾਨ ਜੀ ਦੇ ਪਿਤਾ ਵਾਸੂਦੇਵ, ਉਹਨਾਂ ਨੂੰ ਕੰਸ ਨੇ ਇਹੋ ਕੈਦ ਕਰਕੇ ਸੰਗਲਾਂ ਨਾਲ ਬੰਨ੍ਹ ਕੇ ਰੱਖ ਛੱਡਿਆ। ਦਸ਼ਰਥ ਸ਼੍ਰੀ ਰਾਮ ਚੰਦਰ ਜੀ ਦੇ ਪਿਤਾ, ਪੁੱਤਰ ਨੂੰ ਆਪੇ ਬਨਵਾਸ ਦੇ ਕੇ ਵਿਛੋੜੇ ਕਰਕੇ ਛਾਲ ਮਾਰ ਕੇ ਮਹਿਲਾਂ 'ਚੋਂ ਪ੍ਰਾਣ ਤਿਆਗ ਦਿੱਤੇ ਸਨ। ਤਾਂ ਉਹਨਾਂ ਨੇ ਦੁੱਖ ਲੋਕ ਸਮਾਨ ਲਹੇ ਭਵ ਮਾਹੀ, ਸੰਸਾਰ ਵਿੱਚ ਰਹਿੰਦਿਆਂ ਆਮ ਲੋਕਾਂ ਵਾਂਗ ਹੀ ਦੁੱਖ ਲਹੇ ਪ੍ਰਾਪਤ ਕੀਤੇ। ਕਹੋ ਰੇ ਮਨ ਕੌਣ ਸੁਖੀ ਜਗ ਮੈਂ, ਹੇ ਮੇਰੇ ਮਨ। ਰੇ ਮਨ ਦਾ ਅਰਥ ਹੇ ਮੇਰੇ ਮਨ, ਕਹੋ ਦੱਸ ਖਾਂ ਤੂੰ ਕੌਣ ਸੁਖੀ ਜਗ ਮੈਂ, ਸੰਸਾਰ ਦੇ ਵਿੱਚ ਕੌਣ ਕਿਹੜਾ ਸੁਖੀ ਹੈ ਮਨੁੱਖ। ਨਾਨਕ ਦੁਖੀਆ ਸਭ ਸੰਸਾਰ ਹੀ ਹੈ, ਤਨ ਧਾਰ ਕੇ ਜੋ ਦੁਖ ਪਾਵਤ ਨਾਹੀ। ਕਿ ਜਿਹੜਾ ਤਨ ਸਰੀਰ ਧਾਰ ਕੇ ਆਇਆ ਹੈ, ਧਾਰ ਕੇ ਦਾ ਅਰਥ ਕਰਕੇ, ਸਰੀਰ ਧਾਰ ਕੇ ਆਇਆ ਹੈ, ਜਿਹੜਾ ਵੀ ਤਨ ਧਾਰ ਕੇ ਸੀ ਧਾਰ ਕੇ ਆਇਆ, ਕਿ ਦੁੱਖ ਪਾਵਤ ਨਾ ਵੀ ਦੁੱਖ ਨਹੀਂ ਪਾਉਂਦਾ, ਪਾਵਤ ਪ੍ਰਾਪਤ ਨਹੀਂ ਕਰਦਾ।
ਸਾਰੇ ਕਰਦੇ ਹੈ, ਹਰੇਕ ਨੂੰ ਦੁੱਖ ਪ੍ਰਾਪਤ ਹੋਇਆ, ਨਾਨਕ ਦੁਖੀਆ ਸਭ ਸੰਸਾਰ। ਇਵੇਂ ਕਵੀ ਸਾਹਿਬ ਜੀ ਕਹਿ ਰਹੇ ਹੈ, ਸਵਈਆ ਤਾਤ ਕੀ ਆਯੁਸ਼ਮਾਨ ਚਲੇ, ਜਿਨ੍ਹਾਂ ਨੇ ਤਾਤ ਕੀ ਆਯੁਸ਼ਮਾਨ ਚਲੇ। ਸ਼੍ਰੀ ਰਾਮ ਚੰਦਰ ਭਗਵਾਨ ਦਾ ਦੱਸ ਰਹੇ ਹੈ ਕਿ ਉਹ ਸ਼੍ਰੀ ਰਾਮ ਚੰਦਰ ਭਗਵਾਨ ਜੀ ਵੇਖੋ ਆਪਣੇ ਤਾਤ ਕਹੀਏ ਪਿਤਾ ਦੀ ਆਯੁਸ਼ ਆਗਿਆ ਨੂੰ ਮਾਨ ਚਲੇ, ਮੰਨ ਕੇ 14 ਸਾਲ ਦੇ ਬਨਵਾਸ ਲਈ ਚੱਲ ਪਏ ਸਨ, ਚਲੇ ਗਏ ਸਨ। ਜਿਨ ਕੇ ਪਦ ਪੰਕਜ ਪੂਜਤ ਲੋਈ, ਜਿਨ੍ਹਾਂ ਦੇ ਪਦ ਪੰਕਜ ਚਰਨ ਕਮਲਾਂ ਨੂੰ ਪੂਜਦੀ ਹੈ ਲੋਈ ਕਹੀਏ ਲੁਕਾਈ ਦੁਨੀਆ। ਜਿਨ੍ਹਾਂ ਦੇ ਚਰਨ ਕਮਲਾਂ ਨੂੰ ਲੋਈ ਲੋਕ ਪੂਜਦੇ ਸਨ, ਉਹ ਤਾਤ ਕੀ ਆਯੁਸ਼ ਮਾਨ ਚਲੇ, ਆਪਣੇ ਪਿਤਾ ਦੀ ਆਗਿਆ ਮੰਨ ਕੇ ਚਲੇ ਗਏ ਬਨਵਾਸ ਲਈ। ਰਾਜ ਵਿਭੂਤ ਤਜੀ ਛਿਨ ਮੈਂ, ਇੱਕ ਛਿਨ ਦੇ ਵਿੱਚ ਅੱਖ ਦੇ ਝਮੱਕੇ ਮਾਤਰ ਹੀ ਰਾਜ ਭਾਗ ਦੀ ਜਿਹੜੀ ਵਿਭੂਤੀ ਮਾਇਆ ਸਮੱਗਰੀ ਧਨ ਪਦਾਰਥ ਸੀ, ਤਜੀ ਉਹ ਤਿਆਗ ਦਿੱਤੀ ਸੀ, ਛੱਡ ਦਿੱਤੀ ਸੀ। ਬਨ ਕੋ ਨਿਗਸੈ ਜਨਨੀ ਬਹੁ ਰੋਈ, ਆਪਣੇ ਮਾਤਾ ਪਿਤਾ ਦੇ ਚਰਨੀ ਮੱਥਾ ਟੇਕੇ ਜਦੋਂ ਬਨ ਕੋ ਜੰਗਲ ਨੂੰ ਭਗਵਾਨ ਰਾਮ ਚੰਦਰ ਜੀ ਨਿਗਸੇ ਕਹੀਏ ਨਿਕਲ ਗਏ ਸਨ। ਜਨਨੀ ਬਹੁ ਰੋਈ, ਉਹ ਤਦੋਂ ਉਹਨਾਂ ਦੀ ਜਨਨੀ ਜੋ ਮਾਤਾ ਕੌਸ਼ਲਿਆ ਹੈ ਤੇ ਪੁੱਤਰ ਮਹਾਨ ਸੂਰਬੀਰ ਸੀ, ਅੱਜ ਚਲਾ ਚੱਲਿਆ, ਜਿਸ ਕਰਕੇ ਵਿਛੋੜੇ ਦੇ ਕਾਰਨ ਬਹੁ ਰੋਈ, ਬਹੁਤ ਰੋਈ ਸੀ। ਤੋ ਨਾ ਫਿਰੇ ਪੁਰ ਕੋ ਹਰਜੂ, ਤੇ ਮਨਾ ਵੇਖ ਭਗਵਾਨ ਰਾਮ ਚੰਦਰ ਵਰਗਾ ਕੌਣ ਹੋਇਆ? ਉਹ ਭਗਵਾਨ ਰਾਮ ਚੰਦਰ ਜੂ ਹਰਜੂ ਭਾਵ ਭਗਵਾਨ ਰਾਮ ਚੰਦਰ ਜੀ। ਤਉ ਨਾ ਫਿਰੇ, ਤਦ ਵੀ ਆਪਣੇ ਤਉ ਦਾ ਅਰਥ ਤਦ ਵੀ ਆਪਣੇ ਪੁਰ ਕੋ ਨਗਰ ਅਯੁੱਧਿਆਪੁਰੀ ਵੱਲ ਨੂੰ ਫਿਰੇ ਮੁੜੇ ਨਹੀਂ ਸਨ। ਨਾ ਫਿਰੇ ਮੁੜੇ ਨਹੀਂ ਸਨ ਕਿ ਮਾਤਾ ਰੋਂਦੀ ਹੈ ਤੇ ਜਦੋਂ ਮੁੜ ਜਾਈਏ, ਨਹੀਂ ਮੁੜੇ ਹੈ। ਜਬ ਭਰਾਤ ਗਏ ਕਰ ਮੈਂ ਪਦ ਦੋਈ, ਜਦੋਂ ਰਾਮ ਚੰਦਰ ਭਗਵਾਨ ਜੀ ਦੇ ਭਰਾ ਭਰਤ ਜੀ ਨੇ ਜੰਗਲ ਵਿੱਚ ਜਾ ਕੇ ਆਪਣੇ ਭਰਾ ਸ਼੍ਰੀ ਰਾਮ ਚੰਦਰ ਭਗਵਾਨ ਦੇ ਪਦ ਦੋਈ, ਦੋਵੇਂ ਚਰਨ ਕਰ ਮੈਂ ਆਪਣੇ ਹੱਥਾਂ ਵਿੱਚ ਗਹੇ ਕਹੀਏ ਪਕੜੇ ਸਨ, ਉਦੋਂ ਵੀ ਨਹੀਂ ਮੁੜੇ। ਮਾਤਾ ਵੱਧ ਰੋਈ ਹੈ ਤਾਂ ਵੀ ਨਹੀਂ ਮੁੜੇ ਹੈ। ਤੇ ਜਬ ਭਰਾਤ ਗਏ ਕਰ ਮੈਂ ਪਦ ਦੋਈ, ਜਦੋਂ ਭਰਾ ਭਰਤ ਨੇ ਆਪ ਕਰ ਮੈਂ ਆਪਣੇ ਦੋਵਾਂ ਹੱਥਾਂ ਵਿੱਚ ਭਗਵਾਨ ਰਾਮ ਚੰਦਰ ਜੀ ਦੇ ਪਦ ਦੋਈ, ਦੋਨੋਂ ਚਰਨ ਗਹੇ ਪਕੜੇ ਕਿ ਭਰਾ ਜੀ ਮੁੜ ਆਓ। ਤਾਂ ਨਾ ਫਿਰੇ ਪੁਰ ਕੋ ਹਰਜੂ, ਭਗਵਾਨ ਰਾਮ ਚੰਦਰ ਜੀ ਜੂ ਕਹੀਏ ਜੀ, ਤਾਂ ਤਦ ਵੀ ਅਯੁੱਧਿਆਪੁਰੀ ਨੂੰ ਨਹੀਂ ਫਿਰੇ ਮੁੜੇ ਸਨ। ਧਰਮ ਬਰਾਬਰ ਰਾਜ ਨਹੀਂ, ਕਿਉਂਕਿ ਸ਼੍ਰੀ ਰਾਮ ਚੰਦਰ ਭਗਵਾਨ ਜੀ ਨੇ ਆਪਣੇ ਭਰਤ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਸੀ ਕਿ ਹੇ ਭਰਾ ਮੇਰੇ, ਧਰਮ ਬਰਾਬਰ ਰਾਜ ਨਹੀਂ। ਜਿਹੜਾ ਧਰਮ ਹੈ ਉਹ ਧਰਮ ਦੇ ਬਰਾਬਰ ਹੋਰ ਕੋਈ ਰਾਜ ਭਾਗ ਨਹੀਂ ਹੈ। ਮੇਰੇ ਪਿਤਾ ਨੇ ਮੈਨੂੰ ਵਨ ਵਿੱਚ ਜਾਣ ਲਈ ਕਿਹਾ ਹੈ, ਮੈਂ ਉਹਨਾਂ ਦਾ ਪੁੱਤਰ ਹਾਂ। ਮੇਰਾ ਇਹ ਧਰਮ ਬਣਦਾ ਹੈ ਕਿ ਮੈਂ ਆਪਣੇ ਪਿਤਾ ਦੀ ਆਗਿਆ ਨੂੰ ਮੰਨਣਾ ਕਰਾਂ। ਇਹ ਸੂਚਕ ਰਾਮ ਸਨਾਤਨ ਜੋਈ, ਸੋ ਜੋ ਰਾਮ ਜੀ ਹਨ ਉਹਨਾਂ ਨੇ ਸਨਾਤਨ ਕਹੀਏ ਪੁਰਾਤਨ ਪੁਰਾਣੀ ਰੀਤੀ ਨੂੰ ਸੂਚਕ ਜਨਾਉਣਾ ਕੀਤਾ। ਜੋਈ ਦਾ ਅਰਥ ਜੋ ਸ਼੍ਰੀ ਰਾਮ ਚੰਦਰ ਭਗਵਾਨ ਜੀ ਸਨ, ਉਹਨਾਂ ਨੇ ਸਨਾਤਨ ਜਿਹੜੀ ਪੁਰਾਤਨ ਰੀਤੀ ਹੈ, ਪੁਰਾਣੀ ਰੀਤੀ ਮਰਿਆਦਾ ਹੈ ਤੇ ਸੂਚਕ ਇਹ ਜਨਾਉਣਾ ਕੀਤਾ। ਇਹ ਸੂਚਕ ਇਹ ਜਨਾਉਣਾ ਕੀਤਾ ਕਿ
ਜਿਹੋ ਜਿਹੀ ਬਿਪਤਾ ਆ ਜਾਵੇ ਅਤੇ ਉਹਦੇ ਵਿੱਚ ਧਰਮ ਰੱਖਣਾ ਚਾਹੀਦਾ। ਧਰਮ ਜਿਹੜਾ ਰੱਖਣਾ ਇਹਦੇ ਬਰਾਬਰ ਰਾਜ ਭਾਗ ਨਹੀਂ ਹੈ। ਅਤੇ ਕਵੀ ਜੀ ਵੱਲੋਂ ਕਹਿਣ ਦਾ ਮਕਸਦ ਇਹ ਹੈ ਕਿ ਐਡੇ ਐਡੇ ਅਵਤਾਰ ਹੋ ਕੇ ਇਹੋ ਜਿਹੀ ਬਿਪਤਾ ਦੇ ਸਮੇਂ ਅਵਤਾਰਾਂ ਨੂੰ ਵੀ ਇਹ ਸਮੇਂ ਦੇਖਣੇ ਪਏ ਮਾੜੇ, ਫਿਰ ਵੀ ਉਹਨਾਂ ਨੇ ਆਪਣਾ ਸੀਲ ਸੁਭਾਅ ਜਾਤ ਸਤ ਧਰਮ ਆਪਣਾ ਗਵਾਉਣਾ ਨਹੀਂ ਸੀ ਕੀਤਾ। ਇਸ ਕਰਕੇ ਹੇ ਮਨ, ਤੂੰ ਵੀ ਆਪਣੇ ਧਰਮ 'ਚ ਪੱਕਾ ਰਹਿ, ਸੀਲ ਸੁਭਾਅ ਰੱਖ, ਜਾਤ ਸਤ ਰੱਖ, ਧਰਮ ਵਿੱਚ ਪੱਕਿਆ ਰਹਿ। ਸਿਰ ਦਿੱਤਿਆਂ ਬਾਝ ਨਹੀਂ ਰਹਿਣਾ ਧਰਮ, ਸਿਰ ਦਿੱਤਿਆਂ ਬਾਝ ਨਹੀਂ ਰਹਿਣਾ। ਧਰਮ ਤਾਂ ਹੀ ਰਹਿੰਦਾ ਹੈ ਉਹ ਹੰਕਾਰ ਰੂਪੀ ਸਿਰ ਵੱਢ ਕੇ, ਪ੍ਰਤੱਖ ਸਿਰ ਵੱਢ ਕੇ, ਪਦਾਰਥਾਂ ਦਾ ਮੋਹ ਰੂਪੀ ਸਿਰ ਵੱਢ ਕੇ, ਵਿਸ਼ਿਆਂ ਦਾ ਮੋਹ ਰੂਪੀ ਸਿਰ ਵੱਢ ਕੇ, ਇਹ ਸਾਰੇ ਸਿਰ ਵੱਢ ਕੇ ਫਿਰ ਧਰਮ ਬਰਾਬਰ ਧਰਮ ਵਿੱਚ ਰਹੀਦਾ ਹੈ, ਫਿਰ ਜਾਤ ਸਤ ਰਹਿੰਦਾ ਹੈ। ਇਸ ਤਰ੍ਹਾਂ ਸਿੱਖਿਆ ਸਾਨੂੰ ਦੇ ਰਹੇ। ਇੱਥੇ ਜਿਹੜੇ ਸਵਈਏ ਦੋਹਰਿਆਂ ਸਮੇਤ ਭਾਵਰ ਸਾਮਰਥ ਦੇ 60 ਛੰਦ ਹੋ ਚੁੱਕੇ। ਅਗਲਾ ਜਿਵੇਂ ਆਵੇਗਾ ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਇੱਥੇ ਹੀ ਸਮਾਪਤੀ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।